ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਸਾਡੇ ਤੇ, ਸਾਨੂੰ ਆਪਣੇ ਚਰਨਾਂ ਦੇ ਵੱਲ ਆਉਣ ਦਾ ਬਲ ਬਖਸ਼ਿਆ ਹੈ। ਆਪਣੇ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਜੀ ਦੇ ਦਰਸ਼ਨ ਕਰਨੇ, ਬਾਣੀ ਸਰਵਣ ਕਰਨੀ, ਸਤ ਸੰਗਤ ਕਰਨੀ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਹੋਏ। ਵੱਡੇ ਭਾਗ ਹੋਵਣ, ਗੁਰੂ ਦੀ ਸੰਗਤ ਮਿਲਦੀ ਹੈ। ਗੁਰੂ ਦੀ ਸੰਗਤ ਮਿਲਿਆ ਦੁਰਮਤ ਦਾ, ਖੋਟੀ ਮਤ ਦਾ, ਭੈੜੀ ਮਤ ਦਾ ਨਾਸ਼ ਹੁੰਦਾ ਹੈ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਸਤਿਗੁਰੂ ਜੀ ਕਹਿੰਦੇ ਨੇ, ਜਿਸ ਨੇ ਸਤ ਸੰਗਤ ਦੀ ਬਦੌਲਤ ਖੋਟੀ ਮਤ ਦਾ ਨਾਸ਼ ਕਰਕੇ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਲਿਆ ਹੈ, ਮੈਂ ਦਾਸ ਨਾਨਕ ਵੀ ਉਸ ਦੇ ਚਰਨਾਂ ਦੀ ਖਾਕ ਲੱਭਦਾ ਹਾਂ, ਭਾਲਦਾ ਹਾਂ। ਐਸਾ ਸਤਸੰਗੀ
ऐसा नाम ਦਾ ਰਸੀਆ ਜਿੱਥੇ ਵੀ ਆਪਣੇ ਚਰਨ ਪਾਉਂਦਾ ਹੈ ਖਾਕ ਨੂੰ ਪਵਿੱਤਰ ਕਰਦਾ ਹੈ, ਧੂੜੀ ਨੂੰ ਪਾਵਨ ਕਰਦਾ ਹੈ। ਇੰਨੀ ਵਡਿਆਈ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਜਾ ਕੋ ਭਈ ਤੁਮਾਰੀ ਧੀਰ, ਜਮ ਕੀ ਤਰਾਸ ਮਿਟੀ ਸੁਖ ਪਾਇਆ। ਮਹਾਰਾਜ ਕਹਿੰਦੇ ਹਨ, ਹੇ ਮਾਲਕ, ਜਿਸ ਨੂੰ ਤੁਹਾਡੀ ਧੀਰਜਤਾ ਮਿਲ ਗਈ ਹੈ, ਤੁਹਾਡੇ ਵੱਲੋਂ ਜਿਸ ਨੂੰ ਹੌਸਲਾ ਮਿਲ ਗਿਆ ਹੈ, ਜਮ ਕੀ ਤਰਾਸ ਮਿਟੀ, ਉਸ ਦੀ ਮੌਤ ਦੀ ਤਰਾਸ ਪੀੜਾ ਮਿਟ ਗਈ ਹੈ। ਭਾਵ ਉਸ ਦੇ ਅੰਦਰੋਂ ਮੌਤ ਦਾ ਡਰ ਵੀ ਖਤਮ ਹੋ ਗਿਆ ਹੈ। ਨਿਕਸੀ ਹੋਮੈ ਪੀਰ, ਹੋਮੇ ਦੀ ਪੀੜਾ ਵੀ ਉਸ ਦੇ ਅੰਦਰੋਂ ਨਿਕਲ ਗਈ ਹੈ। ਜਿਸ ਨੂੰ ਉਸ ਮਾਲਕ ਵੱਲੋਂ ਧੀਰਜਤਾ ਮਿਲ ਗਈ, ਜਾ ਕੋ ਭਈ ਤੁਮਾਰੀ ਧੀਰ। ਧੀਰਜਤਾ ਇੱਕ ਬੜਾ ਵੱਡਾ ਗੁਣ ਹੈ। ਜਿਵੇਂ ਵਾਹਿਗੁਰੂ ਨਾ ਕਰੇ ਕਿਸੇ ਦੇ ਘਰ ਵਿੱਚ ਮ੍ਰਿਤੂ ਹੋ ਜਾਏ, ਅੰਗ ਸਾਕ, ਆਂਢੀ ਗੁਆਂਢੀ, ਰਿਸ਼ਤੇਦਾਰ, ਸੱਜਣ ਮਿੱਤਰ ਉਸ ਨੂੰ ਧੀਰਜ ਦੇਣ ਵਾਸਤੇ ਆਉਂਦੇ ਹਨ, ਹੌਸਲਾ ਦੇਣ ਵਾਸਤੇ ਆਉਂਦੇ ਹਨ। ਜਾਂ ਕੋਈ ਵਪਾਰ ਵਿੱਚ, ਕੰਮਕਾਜ ਵਿੱਚ ਘਾਟਾ ਪੈ ਗਿਆ, ਫਿਰ ਉਸ ਨੂੰ ਹੌਸਲਾ, ਧੀਰਜਤਾ ਦਿੱਤੀ ਜਾਂਦੀ ਹੈ। ਮੁੱਕਦੀ ਗੱਲ, ਜਦੋਂ ਬੰਦਾ ਨਿਰਾਸ਼ਤਾ ਵਿੱਚ ਹੁੰਦਾ ਹੈ, ਢਹਿੰਦੀ ਕਲਾ ਵਿੱਚ ਹੁੰਦਾ ਹੈ, ਉਦਾਸ ਹੁੰਦਾ ਹੈ, ਉਦੋਂ ਉਸ ਨੂੰ ਕੋਈ ਨਾ ਕੋਈ ਧੀਰਜਤਾ ਦਿੰਦਾ ਹੈ, ਕੋਈ ਨਾ ਕੋਈ ਹੌਸਲਾ ਦਿੰਦਾ ਹੈ। ਹਰ ਬੰਦਾ ਕਿਸੇ ਨਾ ਕਿਸੇ ਦੇ ਆਸਰੇ ਜੀ ਰਿਹਾ ਹੈ, ਕਿਸੇ ਨਾ ਕਿਸੇ ਦੇ ਹੌਸਲੇ ਤੇ ਜੀ ਰਿਹਾ ਹੈ। ਕਿਸੇ ਨਾ ਕਿਸੇ ਪੱਖ ਤੋਂ ਉਸ ਨੂੰ ਧੀਰਜ ਹੈ, ਜਾਂ ਬੰਦੇ ਦਾ ਕੰਮਕਾਜ ਚੰਗਾ ਹੈ, ਬੰਦੇ ਨੂੰ ਧੀਰਜਤਾ ਹੈ ਕਿ ਕੋਈ ਗੱਲ ਨਹੀਂ, ਜੇ ਇਹ ਕੰਮ ਇਦਾਂ ਹੋ ਜਾਏਗਾ ਤੇ ਫਿਰ ਮੈਂ ਆਪਣੇ ਕੰਮਕਾਜ ਦੇ ਆਸਰੇ ਇਹ ਠੀਕ ਕਰ ਲਵਾਂਗਾ। ਜਾਂ ਕਿਸੇ ਨੂੰ ਮਾਇਆ ਦੀ ਧੀਰਜਤਾ ਹੁੰਦੀ ਹੈ, ਜਾਂ ਕਿਸੇ ਨੂੰ ਭੈਣਾਂ ਭਰਾਵਾਂ ਦਾ ਹੌਸਲਾ ਹੁੰਦਾ ਹੈ। ਇਸ ਤਰ੍ਹਾਂ ਹਰ ਬੰਦਾ ਕਿਸੇ ਨਾ ਕਿਸੇ ਹੌਸਲੇ ਤੇ ਜੀ ਰਿਹਾ ਹੈ, ਕਿਸੇ ਨਾ ਕਿਸੇ ਪੱਖ ਤੋਂ ਉਸ ਨੂੰ ਧੀਰਜਤਾ ਹੈ, ਜਿਸ ਦੇ ਸਿਰ ਤੇ ਉਡਾਰੀਆਂ ਮਾਰਦਾ ਹੈ। ਇਸ ਨੂੰ ਮਹਾਰਾਜ ਨੇ ਬਾਣੀ ਵਿੱਚ ਬੜੇ ਸੁੰਦਰ ਢੰਗ ਨਾਲ ਸਮਝਾਇਆ ਹੈ। ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਦੇ ਪਿਆਰੇ ਉਹ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ, ਉਸ ਦਾ ਹੀ ਆਸਰਾ ਤੱਕਦੇ ਹਨ। ਉਹ ਪਰਮੇਸ਼ਰ ਦੇ ਨਾਲ ਜੁੜ ਕੇ ਉਸ ਦੀ ਧੀਰਜਤਾ ਆਪਣੇ ਅੰਦਰ ਬੰਨ੍ਹ ਕੇ ਰੱਖਦੇ ਹਨ। ਉਹਨਾਂ ਨੂੰ ਸਿਰਫ ਉਸ ਮਾਲਕ ਪ੍ਰਮਾਤਮਾ ਤੇ ਹੀ ਵਿਸ਼ਵਾਸ ਹੈ। सब कहते हैं, किसी ही जोर हंकार बोलन का, किसी ही जोर दीवान माया का, मैं हर बिन टेक धर अवर न काई, तो करते राख मैं निमाणी है। हे मालिक परमेश्वर वाहिगुरु जी, किसी नूं इस गल का हंकार है
कि मेरे को बोलण शक्ति है, मैं बोल के गल करके लेक्चर दे के लोकां नूं अपने वल दा कर सकदा हां। किसी नूं अपने धन पदार्थ दा जोर है, पर हे मालिक मैनू तेरे तो बिना कोई आसरा नहीं। हे करते पुरख वाहिगुरू तू ही मेरी रक्षा करने वाला है। मैं निमाणी दा मान एक तू है। गुरु अंगद देव सच्चे पातशाह जी ने वचन कहे ने, किसी ही कोई कोए मन निमाणी एक तू। किसी का कोई आसरा, किसी का कोई आसरा, लेकिन मैं निमाणी दा आसरा। हे मालिक एक तू ही है। गुरु अर्जन देव सच्चे पातशाह कहते ने, तुझ ऊपर मेरा है माना, तू है मेरा ताना राम। सुरत मत चतराई तेरी, तू जाना है जाना राम। हे मालिक मैनू तेरे ऊपर ही मान है, मैनू तेरा ही तान है। तू मेरा बहुमान कर दे, तू मेरा बहुमान। मेरे साहिब तू मैं मान निमाणी, मैं निमाणी दा मान तू है। इसलिए परमात्मा दे प्यारियां नूं परमात्मा दा मान है, परमात्मा दा ही तान है, परमात्मा दा ही भरोसा है। ते जिन्हां नूं उस मालिक परमात्मा दे भरोसा विश्वास यकीन हुंदा है, वो कदे जीवन विच दुखी नहीं हुंदे, क्योंकि बाकी जिन्ने भरोसे ने ये सब साथ छड़ जाण वाले ने। एक परमात्मा दा सतगुरु दा भरोसा जिथों कदे मनुख नूं निराश नहीं होना पैंदा। कदे ये नहीं कह सकदा मैं रब ते भरोसा रखिया सी जद दिल टुट गया, मैं गुरु ते भरोसा रखिया सी मेरा दिल टुट गया। हाँ साडे भरोसे विच कमी हो सकती है, साडे भरोसे विच घाट हो सकती है, पर परमात्मा वालों नहीं। जिन्हां दे कोल भरोसा सी उन्होंने वो कुछ कर दिता जिसनों सुन के मनुख हैरान हो जाता। भगत नामदेव जी उन्होंने परमात्मा ते पूर्ण विश्वास है कि परमात्मा मेरी इज्जत रखेगा, परमात्मा मैनू शर्मसार नहीं होने देगा, परमात्मा मैनू लज्जत नहीं होने देगा। भगत नामदेव जी मंदिर विच गए, पांडिया ने कहा यह शूद्र है, धक्के मार के बाहर कढ़ दिता। मंदिर दे पिछले पासे आण के बैठ गए। परमात्मा ते पूर्ण विश्वास बचन आया, मोको तू ना विसार, तू ना विसार, तू ना विसारे रामैया। आलावंती ए भ्रम जो है मुझ ऊपर सबको पिला। सूद सूद कर मार उठायो, कहां करो बाप बीठला। मोए हुए जो मुक्त देखोगे, मुक्त ना जाने कोयला। ए पंडिया मोको ढेर कहते हैं, तेरी पैज पछोंडी होएला। तू जो दयाल कृपाल अपार कहत है, अत पुज भैओ अपारला। फेर दिया दिहरा नामे को, पंडियन को पिछवारला। इन्ना विश्वास से रब ते इन्ना भरोसा से वो जिहड़े उच्ची जाति दे हंकारी पांडे से उस मंदिर दी उन्हां वाल नूं पिठ हो गई, नामदेव जी वाल नूं मुख हो गया।
विश्वास विच बड़ी ताकत है, विश्वास विच बड़ी शक्ति है, विश्वास विच बहुत शक्ति है, बहुत ताकत है। साडे विश्वास विच कमी हो सकती है, लेकिन परमात्मा वालों कोई कमी नहीं होती। इसलिए महाराज कहते ने, जाको भई तुम्हारी धीर, जम की त्रास मिटी, सुख पाया निकसी होमै पीर। अज दे अमृत बचना विच महाराज सानू ये समझाते हैं कि जिहड़े उस मालिक की धीरजता, उस मालिक का विश्वास, उस मालिक का हौसला तकते हैं, उन्हां दा जीवन कितना महान हुंदा है। आओ बड़े प्यार दे नाल शब्द दी विचार सरवण करिए। प्यार विच सरबत माई पाई आखो जी, सतनाम श्री वाहिगुरु साहिब जी। सतनाम श्री वाहिगुरु साहिब जी। नाट महला पंजवा। राग नाट विच पंजवें पातशाह धन गुरु अर्जन देव सच्चे पातशाह जी ये पावन शब्द उच्चारण करते हैं। जाको भई तुम्हारी धीर। सच्चे पातशाह जी आखते ने, हे मालिक, हे परमेश्वर जी, जिन्होंने तुहाडी धीरजता मिल गई, जिन्होंने तुहाडे वालों हौसला मिल गया है। महाराज कहते हैं उन्हां दी कैसी अवस्था बनती है। जम की त्रास मिटी सुख पाया, निकसी होमै पीर। महाराज कहते ने जम की त्रास मिटी, उन्हां दे अंदरों जमा दी त्रास, पीड़ा, चोभ मिट गई है। भाव उन्होंने मौत का भी कोई डर नहीं है। सुख पाया, असली सुख उन्होंने पाया है। निकसी होमै पीर, उन्होंने अंदरों होमे की पीड़ा भी निकल गई है। क्योंकि साडी होमे ही है जिहड़ी सानू परमात्मा ते विश्वास नहीं बनने देती। साडा हंकार सानू परमात्मा ते विश्वास बनने ही नहीं दिता। कल गुरु अर्जन साहब ने बचन कहे सन, उलाह नूं मैं काहू ना दियो, मन मीठ तुहारो कीओ। अज दे बचन भी उस बचन दे नाल मिलते जुलते हैं। गुरु अर्जन देव जी महाराज दे कोल दुनियावी तौर पे कोई धीर देण वाला नहीं है। गुरु अर्जन देव सच्चे पातशाह जी जदों चंदू की हवेली विच कैद सन, 5 सिख महाराज दे नाल सन। जदों चंदू गुरु अर्जन देव सच्चे पातशाह जी ते कहर ढा रिहा सी, दुनियावी तौर पे कोई हौसला देने वाला नहीं सी। कौन सी? वह अकाल पुरख वाहिगुरु। इसे वास्ते भट्टा ने कह दिता, प्रतख हर गुरु अर्जन साहब ते प्रतख हरि है, प्रतख ही रब है, प्रतख ही परमेश्वर वाहिगुरु है। क्योंकि सतगुरु जी ने सानू यही समझाया कि जिंदगी विच मुश्किलां, औकड़ां, दुख, विपतावां ये आउणियां ही आउणियां ने। फर्क सिर्फ इन्ना पैंदा है, जिहड़े लोग अपने बाहूबल ते, धन पदार्थ ते जां होरनां ते विश्वास रख के जीवन गुजारते हैं, उन्हां दे पल्ले निराशता पैंदी है। वो एक दिन विचारे ढैंदी कला विच चले जाते हैं। लेकिन जिहड़े उस अकाल पुरख वाहिगुरु ते विश्वास रखते हैं, वो फिर इन्हां औकड़ां, मुश्किलां नूं चीरदे हुए अगाह निकल जाते हैं। सब तो वड्डी रुकावट जिंदगी दे विच मौत है,
ਜਦੋਂ ਮਨੁੱਖ ਨੂੰ ਮੌਤ ਦਾ ਡਰ ਦੇ ਦਿੱਤਾ ਜਾਵੇ ਤਾਂ ਮਨੁੱਖ ਸਭ ਕੁਝ ਪ੍ਰਵਾਨ ਕਰ ਦਿੰਦਾ ਹੈ। ਹਰ ਦੁੱਖ ਦੇ ਵਿੱਚੋਂ ਮਨੁੱਖ ਨੂੰ ਮੌਤ ਦਿਖਾਈ ਦਿੰਦੀ ਹੈ। ਸਰੀਰ ਨੂੰ ਕੋਈ ਛੋਟੀ ਜਿਹੀ ਵੀ ਬਿਮਾਰੀ ਲੱਗਦੀ ਹੈ ਤਾਂ ਉਸ ਬਿਮਾਰੀ ਦੇ ਵਿੱਚੋਂ ਮਨੁੱਖ ਨੂੰ ਮੌਤ ਦਿਖਾਈ ਦਿੰਦੀ ਹੈ। ਜੇ ਬੰਦੇ ਨੂੰ ਪਤਾ ਹੋਵੇ ਕਿ ਇਸ ਬਿਮਾਰੀ ਨਾਲ ਮੈਂ ਮਰਨਾ ਨਹੀਂ ਹੈ ਤੇ ਕਦੇ ਇਲਾਜ ਕਰਵਾਵੇ ਹੀ ਨਾ, ਕਿਉਂਕਿ ਇਸ ਨੂੰ ਪਤਾ ਸਰੀਰ ਨੂੰ ਕੋਈ ਰੋਗ ਲੱਗ ਗਿਆ, ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਣਾ ਹੈ। ਕੋਈ ਵੀ ਬਿਮਾਰੀ ਇੱਕ ਘੁਣ ਵਾਂਗ ਹੁੰਦੀ ਹੈ, ਜਿਸ ਤਰ੍ਹਾਂ ਲੱਕੜ ਨੂੰ ਸਿਉਂਕ ਲੱਗ ਜਾਂਦੀ ਹੈ। ਆਪਣੇ ਪੰਜਾਬ ਦੇ ਵਿੱਚ ਕਈਆਂ ਨੇ ਲੱਖਾਂ ਰੁਪਇਆ ਖਰਚ ਕੇ ਕੋਠੀਆਂ ਬਣਾਈਆਂ, ਬੜੀਆਂ ਮਹਿੰਗੀਆਂ ਤੋਂ ਮਹਿੰਗੀਆਂ ਲੱਕੜ ਲਿਆ ਕੇ ਲਾਈ, ਪਰ ਉਹ ਸੇਕ ਲੱਗ ਗਈ, ਉਹ ਚੁਗਾਠਾਂ, ਉਹ ਖੋਲ ਬਣ ਗਈਆਂ। ਫਿਰ ਉਹ ਪੁੱਟਿਆ ਸਾਰਾ ਕੁਝ, ਫਿਰ ਦੁਬਾਰਾ ਲੱਕੜ ਲਿਆਂਦੀ, ਫਿਰ ਤਾਕਿਆਂ ਦਰਵਾਜ਼ੇ ਨਵੇਂ ਲਵਾਏ। ਕਈ NRI ਸਾਲ ਬਾਅਦ ਜਾਂਦੇ ਨੇ, ਉਹ ਸਾਲ ਬਾਅਦ ਜਾ ਕੇ ਬਸ ਕੋਠੀ ਦੇ ਦਰਵਾਜ਼ੇ ਹੀ ਬਦਲਦੇ ਨੇ, ਤਾਕੀਆਂ ਹੀ ਬਦਲਦੇ ਨੇ। ਉਹ ਫਿਰ ਉਹਨਾਂ ਦਾ ਵੀ ਮਨ ਲੱਗਾ ਰਹਿੰਦਾ, ਮਿਸਤਰੀ ਲਾ ਲੈਂਦੇ ਨੇ, ਨਾਲੇ ਉਹਨਾਂ ਦਾ ਮਨ ਲੱਗਾ ਰਹਿੰਦਾ, ਨਾਲੇ ਕਿਸੇ ਨੂੰ ਰੁਜ਼ਗਾਰ ਮਿਲ ਜਾਂਦਾ। ਕੋਈ ਮਾੜੀ ਗੱਲ ਵੀ ਨਹੀਂ ਏਡੀ। ਬਸ ਇਸੇ ਤਰ੍ਹਾਂ ਜਿਹੜੀ ਬਿਮਾਰੀ ਹੈ ਇੱਕ ਸਿਉਂਕ ਹੈ, ਜਦੋਂ ਸਰੀਰ ਨੂੰ ਲੱਗ ਜਾਂਦੀ ਹੈ ਸਰੀਰ ਨੂੰ ਅੰਦਰੋਂ ਅੰਦਰੋਂ ਖੋੜਾ ਕਰ ਦਿੰਦੀ ਹੈ। ਤੇ ਜਿਹੜੀਆਂ ਦਵਾਈਆਂ ਬਣਾਈਆਂ ਨੇ ਉਹ ਵੀ ਇਸ ਲਿਹਾਜ਼ ਨਾਲ ਹੀ ਬਣਾਈਆਂ ਨੇ ਕਿ ਜੇ ਕਿਸੇ ਨੂੰ ਸ਼ੂਗਰ ਹੈ, ਸ਼ੂਗਰ ਦੀ ਗੋਲੀ ਲਾ ਦਿੱਤੀ, ਉਸੇ ਗੋਲੀ ਨੇ ਹੁਣ ਨਾਲ ਬਲੱਡ ਪ੍ਰੈਸ਼ਰ ਸ਼ੁਰੂ ਕਰ ਦੇਣਾ। ਉਹ ਤੁਹਾਡੀ ਸ਼ੂਗਰ ਤੇ ਸੈੱਟ ਹੈ, ਪਰ ਨਾਲ ਹੁਣ ਬਲੱਡ ਪ੍ਰੈਸ਼ਰ ਸ਼ੁਰੂ ਹੋ ਗਿਆ। ਹੁਣ ਬਲੱਡ ਪ੍ਰੈਸ਼ਰ ਦੀ ਗੋਲੀ ਲਾ ਦਿੱਤੀ, 2 ਹੋ ਗਈਆਂ। ਹੁਣ ਜਿਹੜੀ ਬਲੱਡ ਪ੍ਰੈਸ਼ਰ ਦੀ ਗੋਲੀ ਲਾਈ ਹੈ ਉਹਨੇ ਹੁਣ ਤੀਸਰੀ ਬਿਮਾਰੀ ਇੱਕ ਹੋਰ ਨਾਲ ਸ਼ੁਰੂ ਕਰ ਦੇਣੀ, ਕੈਸਟਰੋਲ ਰੱਖ ਲਓ, ਹੋਰ ਕੋਈ ਰੱਖ ਲਓ। ਹੁਣ ਇੱਕ ਗੋਲੀ ਹੋਰ ਲਾ ਦਿੱਤੀ, 3 ਗੋਲੀਆਂ ਹੋ ਗਈਆਂ। ਬਸ ਹੌਲੀ 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 ਬੰਦਾ ਬਿੰਦ ਤੋਂ ਪੈਰ ਤਾਂ ਥੱਲੇ ਰੱਖਦਾ, ਪਹਿਲਾਂ 5-7 ਗੋਲੀਆਂ ਖਾ ਲਵੇ। ਸਰੀਰ ਜਿਹੜਾ ਉਹ ਗੋਲੀਆਂ ਤੇ ਲੱਗ ਜਾਂਦਾ। ਉਹ ਦਵਾਈਆਂ ਇਸ ਹਿਸਾਬ ਨਾਲ ਬਣਾਈਆਂ ਕਿ ਇੱਕ ਬਿਮਾਰੀ ਠੀਕ ਨਾ ਹੋਵੇ, ਦੂਜੀ ਨਾਲ ਲੱਗ ਜਾਵੇ ਤੇ ਬੰਦਾ ਗੋਲੀਆਂ ਜੋਗਾ ਹੀ ਰਹਿ ਜਾਵੇ। ਸੋ ਹਰ ਬਿਮਾਰੀ ਦੇ ਵਿੱਚੋਂ ਮਨੁੱਖ ਨੂੰ ਮੌਤ ਦਿਖਾਈ ਦਿੰਦੀ ਹੈ। ਤੇ ਮਹਾਰਾਜ ਕਹਿੰਦੇ ਹਨ, ਜਦੋਂ ਮਨੁੱਖ ਨੂੰ ਰੱਬ ਤੇ ਵਿਸ਼ਵਾਸ ਪਰਮਾਤਮਾ ਤੇ ਹੋਵੇ, ਫਿਰ ਇਸ ਦੇ ਅੰਦਰੋਂ ਮੌਤ ਦਾ ਵੀ ਡਰ ਨਿਕਲ ਜਾਂਦਾ ਹੈ, ਮੌਤ ਦਾ ਵੀ ਭੈ ਨਿਕਲ ਜਾਂਦਾ ਹੈ। ਨਿਕਸੀ ਹੋਮੈ ਪੀਰ, ਹੋਮੇ ਦੀ ਪੀੜਾ ਵੀ ਅੰਦਰੋਂ ਨਿਕਲ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ ਹੈ ਰਹਾਉ ਦੇ ਪਦ ਵਿੱਚ। ਹੁਣ ਸ਼ਬਦ ਦਾ ਪਹਿਲਾ ਪਦ ਮਹਾਰਾਜ ਉਚਾਰਨ ਕਰਦੇ ਹਨ, ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਰਹਾਉ ਤਪਤ ਬੁਝਾਨੀ ਅੰਮ੍ਰਿਤ ਬਾਣੀ, ਤ੍ਰਿਪਤੇ ਜਿਉ ਬਾਰਕ ਖੀਰ। ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਰੱਬ ਤੇ ਵਿਸ਼ਵਾਸ ਹੈ, ਤਪਤ ਬੁਝਾਨੀ, ਉਹਨਾਂ ਦੀ ਅੰਦਰਲੀ ਤਪਸ਼ ਬੁਝ ਗਈ ਹੈ। ਉਹ ਰੱਬੀ ਬੰਦੇ ਅੰਦਰੋਂ ਸ਼ਾਂਤ ਹੋ ਗਏ ਨੇ, ਅੰਦਰੋਂ ਠੰਡੇ ਠਾਰ ਹੋ ਗਏ ਨੇ। ਅੰਮ੍ਰਿਤ ਬਾਣੀ, ਉਹਨਾਂ ਦੀ ਬਾਣੀ ਅੰਮ੍ਰਿਤ ਬਣ ਗਈ ਹੈ। ਉਹ ਅੰਦਰੋਂ ਏਦਾਂ ਰੱਜ ਗਏ ਨੇ। ਤ੍ਰਿਪਤੇ ਜੋ ਬਾਰਕ ਖੀਰ, ਜਿਵੇਂ ਬੱਚਾ ਮਾਂ ਦਾ ਦੁੱਧ ਪੀ ਕੇ ਰੱਜ ਜਾਂਦਾ ਹੈ, ਏਦਾਂ ਬੱਚਾ ਜਿਹੜਾ ਹੈ ਉਹ ਜਿਵੇਂ ਮਾਂ ਦਾ ਦੁੱਧ ਪੀ ਕੇ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੈ, ਉਹ ਅੰਦਰੋਂ ਏਦਾਂ ਰੱਜੇ ਰਹਿੰਦੇ ਹਨ, ਅੰਦਰੋਂ ਤ੍ਰਿਪਤ ਰਹਿੰਦੇ ਹਨ। ਇਸ ਤਰ੍ਹਾਂ ਦੇ ਜਿਹੜੇ ਤ੍ਰਿਪਤ, ਇਸ ਤਰ੍ਹਾਂ ਦੇ ਜਿਹੜੇ ਅੰਦਰੋਂ ਰੱਜੇ ਹੋਏ, ਅੰਦਰੋਂ ਸ਼ਾਂਤ ਪਰਮੇਸ਼ਰ ਦੇ ਪਿਆਰੇ ਹਨ, ਉਹ ਭਾਈ ਸੰਸਾਰ ਦਾ ਭਲਾ ਕਰਦੇ ਹਨ, ਉਹ ਕੌਮ ਦਾ ਭਲਾ ਕਰਦੇ ਹਨ। ਜਿਹੜੇ ਆਪ ਹੀ ਭੁੱਖੇ ਨੇ, ਉਹਨਾਂ ਨੇ ਕਿਸੇ ਦਾ ਕੀ ਭਲਾ ਕਰਨਾ ਹੈ। ਜਿਹੜਾ ਬੰਦਾ ਖੁਦ ਸ਼ੋਹਰਤ ਦਾ ਭੁੱਖਾ, ਕੁਰਸੀ ਦਾ ਭੁੱਖਾ, ਮਾਣ ਸਤਿਕਾਰ ਦਾ ਭੁੱਖਾ, ਉਹ ਕੀ ਪੰਥ ਦਾ ਸਵਾਲ ਦੂ।
ਉਹ ਕੀ ਕੌਮ ਦਾ ਸਵਾਰਥ, ਜਿਸ ਨੂੰ ਆਪਣੀ ਭੁੱਖ ਅਜੇ ਪੂਰੀ ਨਹੀਂ ਹੋਈ, ਦੂਸਰੇ ਦੀ ਭੁੱਖ ਕੀ ਮਿਟਾ ਦੂ। ਪਰਮਾਤਮਾ ਦੇ ਪਿਆਰੇ ਖੁਦ ਰੱਜੇ ਹੋਏ ਹਨ, ਉਹ ਖੁਦ ਤ੍ਰਿਪਤ ਹਨ, ਉਹ ਦੂਸਰਿਆਂ ਦਾ ਭਲਾ ਕਰਦੇ ਹਨ, ਦੂਸਰਿਆਂ ਨੂੰ ਕੁਝ ਦਿੰਦੇ ਹਨ, ਦੂਸਰਿਆਂ ਨੂੰ ਕੁਝ ਵੰਡਦੇ ਹਨ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਧੀਰਜਤਾ ਹੈ ਭਾਈ, ਉਹ ਇਸ ਤਰ੍ਹਾਂ ਰੱਜੇ ਹੋਏ ਹਨ ਜਿਵੇਂ ਬੱਚਾ ਮਾਤਾ ਦਾ ਦੁੱਧ ਪੀ ਕੇ ਰੱਜ ਜਾਂਦਾ ਹੈ। ਉਹ ਅੰਦਰੋਂ ਸ਼ਾਂਤ ਹਨ, ਉਹਨਾਂ ਦੀ ਬਾਣੀ ਵਿੱਚ ਅੰਮ੍ਰਿਤ ਹੈ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਹਨ। ਮਾਤ ਪਿਤਾ ਸਾਜਨ ਸੰਤ ਮੇਰੇ, ਸੰਤ ਸਹਾਈ ਵੀਰ। ਮਹਾਰਾਜ ਕਹਿੰਦੇ ਨੇ ਜਿਹੜੇ ਇਹੋ ਜਿਹੇ ਸੰਤ ਸਾਜਨ ਹਨ, ਜਿਹੜੇ ਰੱਬੀ ਵਿਸ਼ਵਾਸ ਤੇ ਜੀਣ ਵਾਲੇ ਹਨ, ਜਿਹੜੇ ਅੰਦਰੋਂ ਸੀਤਲ ਹਨ, ਸ਼ਾਂਤ ਹਨ, ਜਿਨ੍ਹਾਂ ਦੀ ਬਾਣੀ ਅੰਮ੍ਰਿਤ ਵਰਗੀ ਹੈ, ਜਿਨ੍ਹਾਂ ਨੂੰ ਮੌਤ ਦਾ ਵੀ ਡਰ ਨਹੀਂ ਹੈ, ਜਿਨ੍ਹਾਂ ਦੇ ਅੰਦਰੋਂ ਹਉਮੈ ਦੀ ਪੀੜਾ ਨਿਕਲ ਚੁੱਕੀ ਹੈ, ਮਹਾਰਾਜ ਕਹਿੰਦੇ ਨੇ ਉਹ ਤੇ ਮੇਰੇ ਮਾਂ ਬਾਪ ਦੀ ਤਰ੍ਹਾਂ ਨੇ। ਮਾਤ ਪਿਤਾ ਸਾਜਨ ਸੰਤ ਮੇਰੇ, ਉਹ ਸੰਤ ਸਾਜਨ ਤੇ ਮੇਰੇ ਮਾਂ ਬਾਪ ਵਾਂਗ ਹਨ। ਭਾਵ ਜਿਵੇਂ ਮਾਂ ਬਾਪ ਬੱਚੇ ਨੂੰ ਪਿਆਰ ਕਰਦੇ ਹਨ, ਤਿਵੇਂ ਉਹ ਰੱਬੀ ਬੰਦੇ ਵੀ ਮੈਨੂੰ ਪਿਆਰ ਕਰਦੇ ਹਨ। ਜਿਵੇਂ ਮਾਂ ਬਾਪ ਬੱਚਿਆਂ ਵਾਸਤੇ ਸਭ ਕੁਝ ਕਰਦੇ ਹਨ, ਇਸੇ ਤਰ੍ਹਾਂ ਉਹ ਸੰਤ ਜਨ ਪਰਮੇਸ਼ਰ ਦੇ ਪਿਆਰੇ ਵੀ ਮਾਂ ਬਾਪ ਬਣ ਕੇ ਸੰਸਾਰ ਦਾ ਭਲਾ ਕਰਦੇ ਹਨ। ਸੰਤ ਸਹਾਈ ਵੀਰ, ਉਹ ਮੇਰੇ ਵੀਰ ਹਨ, ਮੇਰੇ ਭਰਾ ਹਨ, ਮੇਰੇ ਸਹਾਇਕ ਹਨ। ਐਸੇ ਰੱਜੇ ਹੋਏ ਰੱਬ ਦੇ ਪਿਆਰੇ ਸੰਸਾਰ ਨੂੰ ਮਾਂ ਬਾਪ ਵਾਂਗ ਪਿਆਰ ਦਿੰਦੇ ਹਨ, ਭਰਾਵਾਂ ਵਰਗਾ ਪਿਆਰ ਦਿੰਦੇ ਹਨ, ਸੰਸਾਰ ਦਾ ਭਲਾ ਲੋੜਦੇ ਹਨ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਹਨ। ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ, ਹੀਰੇ ਵਿਦੇ ਹੀਰ। ਸਤਿਗੁਰੂ ਜੀ ਕਹਿੰਦੇ ਨੇ ਖੁੱਲੇ ਭ੍ਰਮ ਭੀਤ, ਭ੍ਰਮ ਦੀ ਜਿਹੜੀ ਭੀਤ ਸੀ ਉਹ ਖੁੱਲ ਗਈ ਹੈ। ਭ੍ਰਮ ਦੇ ਜਿਹੜੇ ਪਰਦੇ ਸਨ ਖੁੱਲ ਗਏ। ਪਰਮੇਸ਼ਰ ਵਾਹਿਗੁਰੂ ਜੀ ਮਿਲ ਗਏ ਹਨ। ਉਹ ਜਿਹੜੇ ਭਰਮ ਦੇ ਪਰਦੇ ਸਾਡੇ ਅੰਦਰ ਬਣੇ ਹੋਏ ਨੇ ਉਹ ਖੁੱਲ ਗਏ ਹਨ। ਭਰਮ ਦੇ ਪਰਦੇ ਕੀ, ਅਸੀਂ ਆਪਣੇ ਅੰਦਰ ਹਉ ਬਣਾਈ ਹੋਈ ਕਿ ਜੇ ਰੱਬ ਕੁਛ ਹੈ ਤੇ ਮੈਂ ਵੀ ਕੁਛ ਹਾਂ, ਬਸ ਇਹ ਸਾਨੂੰ ਭਰਮ ਪਿਆ ਹੋਇਆ ਹੈ। ਜਿਸ ਤਰ੍ਹਾਂ ਹੀਰੇ ਨੂੰ ਹੀਰਾ ਹੀ ਵਿੰਨ ਸਕਦਾ ਹੈ, ਕੋਈ ਦੂਸਰਾ ਹਥਿਆਰ ਹੀਰੇ ਨੂੰ ਕੱਟ ਨਹੀਂ ਸਕਦਾ। ਹੀਰੇ ਨੂੰ ਹੀਰਾ ਹੀ ਕੱਟ ਸਕਦਾ ਹੈ। ਕਹਿੰਦੇ ਨੇ ਦੁਨੀਆ ਤੇ ਸਭ ਤੋਂ ਠੋਸ, ਸਭ ਤੋਂ ਸਖਤ ਪਦਾਰਥ ਜੇ ਕੋਈ ਹੈ ਤੇ ਉਹ ਹੀਰਾ ਹੈ। ਕਿਸੇ ਪੱਥਰ ਨੂੰ ਤੁਸੀਂ ਅਹਰਣ ਤੇ ਰੱਖ ਕੇ ਹਥੌੜਾ ਚਲਾਓ, ਪੱਥਰ ਚੂਰ ਚੂਰ ਹੋ ਜਾਏਗਾ। ਲੇਕਿਨ ਹੀਰੇ ਨੂੰ ਤੁਸੀਂ ਅਹਰਣ ਦੇ ਟੁਕੜੇ ਤੇ ਰੱਖ ਕੇ ਉੱਤੋਂ ਬਦਾਨ ਚਲਾਓ, ਹਥੌੜਾ ਚਲਾਓ, ਉਹ ਹੀਰਾ ਅਹਰਣ ਦੇ ਵਿੱਚ ਧਸ ਜਾਏਗਾ ਪਰ ਟੁੱਟੇਗਾ ਨਹੀਂ। ਹੀਰੇ ਦੀ ਪਹਿਚਾਣ ਹੈ, ਹੀਰਾ ਟੁੱਟਦਾ ਨਹੀਂ ਹੈ। ਜਦੋਂ ਵੀ ਹੀਰੇ ਨੂੰ ਕੱਟਣਾ ਤੇ ਹੀਰਾ ਹੀ ਕੱਟੇਗਾ, ਕੋਈ ਲੋਹਾ ਨਹੀਂ ਕੱਟ ਸਕਦਾ ਉਸਨੂੰ। ਇਹ ਪ੍ਰਮਾਤਮਾ ਨੇ ਇੱਕ ਹੀਰੇ ਦੀ ਪਹਿਚਾਣ ਬਣਾ ਦਿੱਤੀ ਹੈ। ਮਹਾਰਾਜ ਸਮਝਾਉਂਦੇ ਹਨ ਸਿੱਖ ਵੀ ਹੀਰਾ ਤੇ ਪ੍ਰਮਾਤਮਾ ਵੀ ਹੀਰਾ। ਇੱਥੇ ਤੇ ਭਈ ਹੀਰੇ ਨੇ ਹੀਰੇ ਨੂੰ ਕੱਟ ਲਿਆ। ਹੀਰਾ ਬੇਦੇ ਹੀਰ ਦਾ ਅਰਥ ਹੈ ਕਿ ਪ੍ਰਮਾਤਮਾ ਨੂੰ ਅਸੀਂ ਪ੍ਰਮਾਤਮਾ ਵਰਗੇ ਬਣ ਕੇ ਹੀ ਰਜਾ ਸਕਦੇ ਹਾਂ। ਜਿਵੇਂ ਹੀਰੇ ਨੂੰ ਹੀਰਾ ਹੀ ਕੱਟ ਸਕਦਾ ਹੈ ਨਾ, ਇਸੇ ਤਰ੍ਹਾਂ ਰੱਬ ਨੂੰ ਵੀ ਰੱਬ ਹੀ ਰਜਾ ਸਕਦਾ ਹੈ। ਪ੍ਰਮਾਤਮਾ ਨੂੰ ਵੀ ਖੁਸ਼ ਪ੍ਰਮਾਤਮਾ ਬਣ ਕੇ ਹੀ ਕੀਤਾ ਜਾ ਸਕਦਾ ਹੈ। ਸਾਡੀ ਥੋੜੀ ਜਿਹੀ ਕਮੀ, ਸਾਡੇ ਅੰਦਰ ਥੋੜੀ ਜਿਹੀ ਘਾਟ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦੀ, ਰਜਾ ਨਹੀਂ ਸਕਦੀ। ਇਹਦੇ ਵਾਸਤੇ ਇੱਕ ਪ੍ਰਮਾਣ ਮਹਾਰਾਜ ਨੇ ਪਾਣੀ ਦਾ ਵੀ ਦਿੱਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਤੁਸੀਂ ਕਈ ਵਾਰਾਂ ਸਰਵਣ ਕੀਤੇ ਹੋਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਤੇ ਇੱਥੋਂ ਸ਼ੁਰੂ ਹੁੰਦਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ,
सुख सने यार भै नहीं जाकै कंचन माटी मन। लेकिन आखिर ते जाके फिर बचन आउंदा, गुर किरपा जिह नर कौ कीनी ते एह जुगत पछानी, नानक लीन पैओ गोबिंद सिंह ज्यों पानी संग पानी। पानी बनना पैंदा, परमात्मा विच मिलण वास्ते पानी बनना पैंदा है। जिवें पानी दे विच पानी मिल सकदा है, पानी दे विच तेल पा दईए, तेल तेल नहीं रह जाता, पानी पानी नहीं रह जाता। लेकिन पानी विच पानी पा दईए पता भी नहीं लगता। रब दे विच मिलना है तो रब ही बनना पैना है। साडी थोड़ी जी कमी सानू रब दे विच मिलण नहीं देवेगी। हीरे नूं विन्नेगा तो हीरा ही विन्नेगा। जे रब रूपी हीरे नूं विन्नना है, खुश करना है, तो सानू हीरे ही बनना पएगा। इसलिए महाराज कहते ने खुले भ्रम भेद मिले गोपाला, हीरा बेदे हीर। भाई हुण वो जिहड़े भरम दे परदे सी वो खुल गए, वो जिहड़ी दीवार सी खुल गई ते परमेश्वर जी मिल गए हैं। जिवें मानो हीरे ने हीरा विन लिया होवे, इस तरह धन गुरु अर्जन साहब कृपा करते हैं। जिसम भई नानक जस गावत, ठाकुर गुनी गहीर। सच्चे पातशाह कहते ने भाई मैं परमात्मा दे गुण गांदा होया बिस्म हैरान हो गया। रब्बी बंदे रब दे गुण गांदे गांदे हैरान हो जाते हैं। एडा आनंद परमेश्वर दीयां सिफतां करदे वो बिस्माल की अवस्था में चले जाते हैं। कैसा रस है, कैसा आनंद है। कहते प्यार दे नाल बाणी पढ़ीए, प्यार दे नाल मालक दीयां सिफतां करिए, प्यार दे नाल मालक दा कीर्तन सुनिए, तां सिख बिस्माल की अवस्था में चला जाता है। उस अवस्था में चला जाता जिहड़ी बयान ही नहीं की जा सकती। महाराज गुरु अर्जन साहब सच्चे पातशाह कहते हैं कि भाई मैं ते उस मालिक परमात्मा दे गुण गांदा होया मानो हैरान हो गया। वो ठाकुर गुनी गहीर, वो ते गुणां दा सागर है, परमात्मा ते गुणां दा सागर है। जिन्ने मैं उसके गुण गांदा जांदा उन्ने आनंद वधदा जांदा है। जिवें कोई सागर विच छलांग मारे गहरा ही जाता है, गहरा जाता है, किते कोई अंत थोड़ा आंदा। इसे तरह मैं भी जदों मालिक दे गुण गाना आनंद वधदा जाता है, रस वधदा जाता है। धन गुरु अर्जन साहब जी ने इस पहले शब्द विच सानू समझाया है कि जेड़े उस मालिक ते भरोसा रखते हैं, जिन्होंने उस मालिक की धीरजता मिल गई है, उन्होंने जीवन कितना महान है, कितना उच्चा सुच्चा जीवन है। अगले शब्द विच भी ऐसे महापुरुष की अवस्था का ही जिक्र करते हैं। गुरमुख प्यारियां पासों अगले शब्द का पाठ सरवण करो, उस तो बाद उसकी विचार आप जी दे नाल सांझी करांगे जी। नाद महला पंजवा। अपना जन आपह आप उधारियो, आठ पहर जन कै संग बसियो, मन ते नाहि विसारियो। अपना जन आपह आप उधारियो, आठ पहर जन कै संग बसियो, मन ते नाहि विसारियो। रहाओ वरण गेहन नाहि किछ पेखियो, दास का कुल न विचारियो। कर कृपा नाम हर दियो, सहज सुभाए सवारियो। महाविघ्न अगन का सागर, तिसते पार उतारियो। पेख पेख नानक बिगसानो, पुनः पुनः बलिहारियो। धन गुरु अर्जन देव सच्चे पातशाह जी इस शब्द दे विच भी पहले शब्द वाला ही भावार्थ सानू समझाउंदे हैं। पहले शब्द विच उस रब्बी बंदे दी, परमात्मा दे प्यारे दी बात सी, जिन्हों रब की धीरजता मिल गई, रब का हौसला मिल गया, रब का आशीर्वाद मिल गया। ऐसा जिहड़ा रब्बी बंदा है, परमात्मा उस नाल कितना प्यार करता है, परमात्मा कितना उसनूं अपने नाल जोड़ के रखता है।
ਉਹ ਇਸ ਸ਼ਬਦ ਵਿੱਚ ਮਹਾਰਾਜ ਸਮਝਾਉਂਦੇ ਨੇ। ਪਿਆਰ ਦੇ ਨਾਲ ਸਰਵਣ ਕਰੋ ਜੀ। ਨਾਦ ਮਹੱਲਾ ਪੰਜਵਾ। ਆਪਣਾ ਜਨ ਆਪਹਿ ਆਪ ਉਧਾਰਿਓ। ਸਾਹਿਬ ਕਹਿੰਦੇ ਨੇ ਆਪਣਾ ਜਨ ਆਪੇ ਆਪ ਉਧਾਰਿਓ। ਪਰਮਾਤਮਾ ਨੇ ਆਪਣੇ ਜਨ ਦਾ ਆਪਣੇ ਆਪ ਹੀ ਬਚਾਓ ਕੀਤਾ ਹੈ। ਭਾਵ ਆਪਣੇ ਭਗਤ ਦੀ ਆਪਣੇ ਪਿਆਰੇ ਦੀ ਉਹ ਆਪ ਹੀ ਰੱਖਿਆ ਕਰਦਾ ਹੈ। ਸਤਿਗੁਰੂ ਆਪਣੇ ਸਿੱਖ ਦੀ ਲਾਜ ਪੱਤ ਇੱਜ਼ਤ ਆਪ ਹੀ ਬਚਾਉਂਦਾ ਹੈ। ਕੱਲ ਸ਼ਾਮੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਥਾ ਆਈ ਸੀ। ਭਾਈ ਲਾਲ ਸਿੰਘ ਢਾਲ ਲੈ ਕੇ ਆਇਆ ਮਹਾਰਾਜ ਦੇ ਚਰਨਾਂ ਵਿੱਚ। ਸਾਰਿਆਂ ਨੇ ਆਖਿਆ ਢਾਲ ਬਹੁਤ ਕੀਮਤੀ ਹੈ, ਚੰਗੀ ਹੈ। ਭਾਈ ਲਾਲ ਸਿੰਘ ਨੇ ਆਖਿਆ ਇਸ ਵਿੱਚੋਂ ਗੋਲੀ ਵੀ ਲੰਘ ਨਹੀਂ ਸਕਦੀ। ਮਹਾਰਾਜ ਨੇ ਆਖਿਆ ਨਹੀਂ, ਇਸ ਢਾਲ ਵਿੱਚੋਂ ਗੋਲੀ ਲੰਘ ਜਾਣੀ ਹੈ। ਕਹਿਣ ਲੱਗਾ ਨਹੀਂ ਮਹਾਰਾਜ, ਗੋਲੀ ਇਸ ਢਾਲ ਦੇ ਨਾਲ ਲੱਗੇਗੀ, ਫਿਸਲ ਕੇ ਹੇਠਾਂ ਡਿੱਗ ਪਏਗੀ, ਨਹੀਂ ਗੋਲੀ ਇਸ ਨੂੰ ਚੀਰ ਸਕੇਗੀ। ਮਹਾਰਾਜ ਨੇ ਆਖਿਆ ਕੋਈ ਨਾ, ਫਿਰ ਸਵੇਰੇ ਦੇਖਿਆ ਜਾਏਗਾ। ਭਾਈ ਲਾਲ ਸਿੰਘ ਬੜਾ ਪਛਤਾਇਆ। ਮੈਂ ਮਹਾਰਾਜ ਦੇ ਅੱਗੇ ਬੋਲਿਆ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, 5 ਸਿੱਖਾਂ ਤੋਂ ਅਰਦਾਸ ਕਰਵਾਈ ਕਿ ਸਵੇਰੇ ਮੇਰੀ ਇੱਜ਼ਤ ਰਹਿ ਆਵੇ। ਗੁਰੂ ਕਲਗੀਧਰ ਪਾਤਸ਼ਾਹ ਅੰਤਰਜਾਮੀ ਮਹਾਰਾਜ ਜਾਣਦੇ ਸਨ ਸਿੱਖ ਨੇ ਅਰਦਾਸ ਕਰਵਾਈ ਹੈ। ਸਿੱਖ ਦੀ ਇੱਜ਼ਤ, ਸਿੱਖ ਦੀ ਪੱਤ ਸਾਡੀ ਪੱਤ ਹੈ, ਸਿੱਖ ਦੀ ਇੱਜ਼ਤ ਸਾਡੀ ਇੱਜ਼ਤ ਹੈ। ਗੁਰੂ ਸਿੱਖ ਨੂੰ ਸ਼ਰਮਸ਼ਾਰ ਨਹੀਂ ਹੋਣ ਦਿੰਦਾ, ਲੱਜਤ ਨਹੀਂ ਹੋਣ ਦਿੰਦਾ। ਠੀਕ ਹੈ, ਸਿੱਖ ਕਈ ਵਾਰ ਭੁੱਲ ਕਰ ਜਾਂਦਾ ਹੈ, ਪਰ ਸਤਿਗੁਰੂ ਆਪ ਹੀ ਉਸ ਵਿੱਚ ਸੁਧਾਰ ਕਰ ਦਿੰਦਾ ਹੈ। ਉਹ ਜਿਹੜੇ ਪੈ ਨੂੰ ਫਿਰ ਆਪ ਹੀ ਸਹੀ ਰਾਹ ਤੇ ਪਾ ਦਿੰਦਾ ਹੈ। ਭੁੱਲੇ ਹੋਏ ਨੂੰ ਠੀਕ ਮਾਰਗ ਉੱਤੇ ਸਤਿਗੁਰੂ ਪਾ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਬੰਦੂਕ ਚੁੱਕੀ ਤੇ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ ਮਹਾਰਾਜ, ਮੈਂ ਤੁਹਾਡੇ ਵਾਸਤੇ ਨਹੀਂ ਸੀ ਕਿਹਾ, ਦੂਸਰਿਆਂ ਵਾਸਤੇ ਕਿਹਾ ਸੀ। ਕੋਈ ਹੋਰ ਗੋਲੀ ਚਲਾਵੇ ਤਾਂ ਉਹ ਇਸ ਢਾਲ ਨੂੰ ਨਹੀਂ ਚੀਰ ਸਕਦਾ। ਮਹਾਰਾਜ ਆਪ ਗੋਲੀ ਚਲਾਓ, ਇਹ ਢਾਲ ਕੀ, ਤੁਸੀਂ ਤੇ ਸੁਮੇਰ ਪਰਬਤ ਨੂੰ ਵੀ 2 ਹਿੱਸਿਆਂ ਵਿੱਚ ਵੰਡ ਦਿਓ। ਸਤਿਗੁਰੂ ਦੇ ਚਰਨਾਂ ਤੇ ਢਹਿ ਪਿਆ। ਮਹਾਰਾਜ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਕਹਿਣ ਲੱਗੇ ਬਸ ਲਾਲ ਸਿਆ, ਤੇਰਾ ਵਿਸ਼ਵਾਸ ਦੇਖਣਾ ਸੀ, ਤੇਰਾ ਭਰੋਸਾ ਦੇਖਣਾ ਸੀ। ਸਿੱਖ ਨੂੰ, ਸੂਰਮੇ ਨੂੰ, ਯੋਧੇ ਨੂੰ ਆਪਣੇ ਸ਼ਸਤਰ ਦੇ ਉੱਪਰ ਇਸ ਤਰ੍ਹਾਂ ਵਿਸ਼ਵਾਸ ਚਾਹੀਦਾ ਹੈ, ਇਸ ਤਰ੍ਹਾਂ ਭਰੋਸਾ ਚਾਹੀਦਾ ਹੈ। ਸਤਿਗੁਰੂ ਨੇ ਭਾਈ ਲਾਲ ਸਿੰਘ ਦੀ ਭੁੱਲ ਨੂੰ ਆਪ ਹੀ ਬਖਸ਼ਿਆ, ਉਸ ਦਾ ਆਪ ਹੀ ਉਧਾਰ ਕੀਤਾ, ਉਸ ਨੂੰ ਸ਼ਰਮਸ਼ਾਰ ਹੋਣ ਤੋਂ ਬਚਾਇਆ, ਲੱਜਤ ਹੋਣ ਤੋਂ ਬਚਾਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਜਿਨ੍ਹਾਂ ਨੂੰ ਮਾਲਕ ਤੇ ਭਰੋਸਾ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ, ਮਾਲਕ ਕਦੇ ਉਹਨਾਂ ਦੀ ਪਿੱਠ ਲੱਗਣ ਨਹੀਂ ਦਿੰਦਾ, ਉਹਨਾਂ ਨੂੰ ਕਦੇ ਲੱਜਤ ਨਹੀਂ ਹੋਣ ਦਿੰਦਾ। ਇਸ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਹਨ। ਆਠ ਪਹਿਰ ਜਨ ਕੈ ਸੰਗ ਵਸਿਓ, ਮਨ ਤੇ ਨਾਹੀਂ ਵਿਸਾਰਿਓ। ਸਾਹਿਬ ਕਹਿੰਦੇ ਨੇ 8 ਪਹਿਰ ਜਨ ਕੈ ਸੰਗ ਵਸਿਓ, ਮਨ ਤੇ ਨਾਹੀਂ ਵਿਸਾਰਿਓ। 8 ਪਹਿਰ ਪਰਮੇਸ਼ਰ ਆਪਣੇ ਜਨ ਦੇ ਨਾਲ ਦਿੰਦਾ ਹੈ। ਪਰਮਾਤਮਾ ਆਪਣੇ ਮਨ ਤੋਂ ਆਪਣੇ ਸੇਵਕ ਨੂੰ ਕਦੇ ਭੁਲਾਉਂਦਾ ਹੀ ਨਹੀਂ ਹੈ। ਇੱਕ ਉਹ ਅਵਸਥਾ ਆ ਜਾਂਦੀ ਹੈ, ਇੱਕ ਅਵਸਥਾ ਉਹ ਹੈ ਜਦੋਂ ਸੇਵਕ ਭਗਤ ਪਰਮਾਤਮਾ ਨੂੰ ਆਪਣੇ ਮਨ ਤੋਂ ਕਦੇ ਭੁਲਾਉਂਦਾ ਨਹੀਂ, ਤੇ ਫਿਰ ਇੱਕ ਦਿਨ ਉਹ ਦਿਨ ਵੀ ਆਉਂਦਾ ਹੈ ਜਦੋਂ ਰੱਬ ਆਪਣੇ ਪਿਆਰੇ ਨੂੰ ਆਪਣੇ ਮਨ ਤੋਂ ਕਦੇ ਭੁਲਾਉਂਦਾ ਨਹੀਂ। ਕਦੇ ਸਿੱਖ ਅਰਦਾਸ ਕਰਦਾ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਕਦੇ ਸਿੱਖ ਆਖਦਾ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਹੇ ਮਾਲਕ, ਤੈਨੂੰ ਆਖਦਾ ਹਾਂ, ਤੈਨੂੰ ਸਿਮਰਦਾ ਹਾਂ ਤੇ ਜਿਉਂਦਾ ਹਾਂ, ਤੂੰ ਭੁੱਲ ਜਾਂਦਾ
मेरी मौत हो जाती। पर एक दिन फिर वो आंदा जदों परमात्मा अपने प्यारे नूं कदे अपने मन तो विसारदा नहीं, अपने मन तो दूर नहीं होण दिंदा, अपने प्यारे नूं हर समय अपनी जिंदड़ी दे नाल ला के रखदा है। एक समा फिर वो आ जाता है। इसलिए महाराज कहते ने परमात्मा आप ही अपने प्यारिਆਂ ਦਾ उद्धार करता है, अपने मन तो कदे भुलांदा नहीं। 8 पहर हर समय अपने जन दे, अपने सेवक दे, अपने प्यारे दे नाल दिंदा है। धन गुरु रामदास साहब सच्चे पातशाह कहते ने जिथे हर आराध्य तिथे हर मित सहाई, गुर किरपा ते हर मन वसै होर बिद लिया ना जाए। असीं रोजाना भी एक बचन पढ़ते हैं, तिथे तू समरथ जिथे कोई ना है, उठे तेरी रख अग्नि उदर माहे। परमात्मा दा प्यारा जिथे भी जाता है परमात्मा उसदे नाल हुंदा है। संतो सुख हुआ सब थाई, पार ब्रह्म पूर्ण परमेश्वर रब रहा सबनी जाई। इस तरह धन गुरु अर्जन साहब कृपा करते ਹਨ। रहाओ वर्ण चिन्ह नाही किछ पेखियो, दास का कुल ना विचारियो। महाराज कहते ने परमात्मा अपने प्यारे का वर्ण नहीं देखता, उसका बाहरला कोई चिन्ह चक्कर नहीं देखता, उसकी कोई कुल की विचार नहीं करता। ये मेरा प्यारा किस वर्ण विच है, ब्राह्मण विच है, खत्री विच है, वैश विच है, शूद्र विच है, ना ये तो असी बनाए हुए हैं। ब्राह्मण खत्री वैश शूद्र ये वर्ण तो असी बनाए हुए हैं, ये कोई परमात्मा ने थोड़ा बनाए ने, ये तो असी बनाए हुए हैं। गुरु नानक साहब जी ने तो चारे वर्ण इकट्ठे किए हुए ने, 4 वर्ण एक वर्ण कराया। चारे वर्ण गुरु नानक साहब ने सिख के अंदर भर दिते ने। सिख ब्राह्मण भी है, सिख खत्री भी है, सिख वैश भी है, सिख शूद्र भी है। जदों सिख बाणी की विचार करता है, ब्रह्म की विचार करता है, तो सिख ब्राह्मण है। जदों सिख धर्म की खातर, अणख की खातर, गैरत की खातर, सिक्खी की खातर तलवार चुकता है, सिख उदों खत्री है। सिख जदों अपनी किरत करता है तो सिख वैश है, तो सिख जदों दूसरियां की सेवा करता है सिख उदों शूद्र है। सिख के अंदर 4 ही वर्ण भर दिते हैं। सिख किसी भी वर्ण का कोई गुलाम नहीं है। परमात्मा का प्यारा वो किसी भी वर्ण का होवे, परमात्मा ने इस तो की लेना देना है। वो ना कोई बाहरला चिन्ह चक्कर देखता है, एक गोरा है, काला है, कणक वरना किहो जिहा, ना उसके कुल नूं देखदा किस दी कुल किहड़ी है। बस जिहड़ा भी परमात्मा नाल भगती कर प्यार करता है, परमात्मा अपनी प्रीत का प्यारा है। भगत प्रहलाद उसकी कुल देखो हरणाक्ष, हरणाक्ष दुष्ट सी, जालिम सी, अपने आप नूं रब कहवांदा सी। पर उहदे घर प्रहलाद जी का जन्म होया, उस अकाल पुरख वाहिगुरू ने उस प्रहलाद की रक्षा की। परमात्मा ने कोई ये थोड़ा कहा कि नहीं तेरा प्यो तो भी जालम है, तेरा प्यो तो भी दुष्ट है, तेरा प्यो तो मैनू मनदा ही नहीं। इस तरह नहीं, दुनियावी तौर पर असी यही कुछ करते हाँ। असी इंसाफ कर ही नहीं सकते, लेकिन परमात्मा जिसके कोल इंसाफ है वो ना किसी का वर्ण देखदा, ना किसी की जात देखदा, ना किसी की कुल देखदा, वो ना किसी का चिन्ह चक्कर देखदा। श्री गुरु ग्रंथ साहिब जी महाराज की बाणी विच उन्हां महापुरखों की बाणी है। कल इस संबंध विच विचारां कीतियां सी। श्री गुरु ग्रंथ साहिब जी दे विच भगत रविदास भी बैठे ने, भगत सैन जी भी बैठे ने, भगत बेणी जी भी बैठे ने, जयदेव जी भी बैठे ने। गुरु साहब जी ने बाणी दर्ज करने वेले ये नहीं देखा किस जात का है, किस वर्ण का है, ना बस उन्होंने बाणी देखी, उन्होंने अवस्था देखी। तो जिन्हों की बाणी गुरु ग्रंथ साहब जी के दर्ज होने के योग नहीं सी, उन्होंने साफ जवाब दे दिता। कान्हा, पीलू, छज्जू, शाह हुसैन
ਇਹ ਵੀ ਮਹਾਰਾਜ ਦੇ ਚਰਨਾਂ ਵਿੱਚ ਆਏ ਸੀ, ਕਹਿੰਦੇ ਮਹਾਰਾਜ ਸਾਡੀ ਬਾਣੀ ਵੀ ਦਰਜ ਕਰੋ। ਜਦੋਂ ਇਹਨਾਂ ਨੇ ਆਪੋ ਆਪਣੀ ਬਾਣੀ ਸੁਣਾਈ, ਮਹਾਰਾਜ ਨੇ ਆਖਿਆ ਨਹੀਂ, ਤੁਹਾਡੀ ਬਾਣੀ ਇਸ ਗ੍ਰੰਥ ਦੇ ਯੋਗ ਨਹੀਂ ਹੈ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰੇ ਦਾ ਵਰਦ ਨਹੀਂ ਦੇਖਦਾ, ਚਿਹਨ ਨਹੀਂ ਦੇਖਦਾ, ਕੁਲ ਦੀ ਵਿਚਾਰ ਨਹੀਂ ਕਰਦਾ। ਕਰ ਕਿਰਪਾ ਨਾਮ ਹਰ ਜੀਉ, ਸਹਿਜ ਸੁਭਾਏ ਸਵਾਰਿਓ। ਉਸ ਪ੍ਰਮਾਤਮਾ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਹੈ, ਸਹਿਜ ਆਤਮਿਕ ਅਡੋਲਤਾ ਵਿੱਚ ਟਿਕਾ ਕੇ, ਸੁਭਾਏ ਪਿਆਰ ਵਿੱਚ ਜੋੜ ਕੇ ਸਵਾਰ ਦਿੱਤਾ ਹੈ। ਆਪਣੇ ਦਾਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਵਾਰ ਦਿੱਤਾ ਹੈ। ਉਸ ਦੇ ਜੀਵਨ ਵਿੱਚੋਂ ਹਰ ਤਰ੍ਹਾਂ ਦੀ ਬੁਰੀਾਈ ਕੱਢ ਦਿੱਤੀ ਹੈ। ਪਰਮਾਤਮਾ ਦੇ ਪਿਆਰੇ ਦਾ ਜੀਵਨ ਮਾਨੋ ਗੁਣਾਂ ਨਾਲ ਲਿਬਰੇਜ ਹੋ ਗਿਆ ਹੈ, ਭਰ ਗਿਆ ਹੈ। ਪਰਮਾਤਮਾ ਵਾਲੇ ਸਾਰੇ ਗੁਣ ਉਸ ਮਹਾਪੁਰਖ ਦੇ ਵਿੱਚ ਆ ਗਏ ਹਨ। ਐਸਾ ਸਵਾਰਿਆ ਹੈ, ਐਸਾ ਸਵਾਰਿਆ ਕਿ ਰਾਬੀ ਹੋ ਗਿਆ। ਕਬੀਰ ਐਸੇ ਸਵਰੇ ਰਾਬੀ ਬਣ ਗਏ। ਕਹਿ ਦਿੱਤਾ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਹੁਣ ਕੋਈ ਪਹਿਚਾਣ ਹੀ ਨਹੀਂ ਸਕਦਾ। ਪਰਮਾਤਮਾ ਆਪਣੇ ਪਿਆਰੇ ਨੂੰ ਇੰਨਾ ਕੁ ਸਵਾਰ ਦਿੰਦਾ ਹੈ ਕਿ ਉਹ ਰਾਬੀ ਬਣ ਜਾਂਦਾ ਹੈ, ਪਰਮਾਤਮਾ ਹੀ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਹਨ ਜਿਸ ਤਰ੍ਹਾਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਪਰਮਾਤਮਾ ਤੇ ਪਰਮਾਤਮਾ ਦੇ ਪਿਆਰਿਆਂ ਵਿੱਚ ਵੀ ਕੋਈ ਫਿਰ ਫਰਕ ਨਹੀਂ ਰਹਿ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਏ ਦਾ। ਜਿਵੇਂ ਪਾਣੀ ਤੋਂ ਲਹਿਰ ਉੱਠਦੀ ਹੈ ਫਿਰ ਪਾਣੀ ਵਿੱਚ ਸਮਾ ਜਾਂਦੀ ਹੈ, ਬਸ ਇਸੇ ਤਰ੍ਹਾਂ ਪਰਮਾਤਮਾ ਆਪਣੇ ਪਿਆਰਿਆਂ ਨੂੰ ਇਦਾਂ ਸਵਾਰ ਦਿੰਦਾ ਹੈ, ਇਦਾਂ ਸਵਾਰ ਦਿੰਦਾ ਹੈ ਕਿ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ, ਰੱਬ ਦਾ ਹੀ ਰੂਪ ਹੋ ਜਾਂਦੇ ਹਨ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਹਨ। ਮਹਾ ਵਿਖਮ ਅਗਨ ਕਾ ਸਾਗਰ, ਤਿਸ ਤੇ ਪਾਰ ਉਤਾਰਿਓ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਮਹਾ ਵਿਖਮ, ਬਹੁਤ ਕਠਿਨ ਹੈ। ਅਗਨ ਕਾ ਸਾਗਰ, ਇਹ ਅੱਗ ਦਾ ਸਾਗਰ ਹੈ। ਇਹ ਸੰਸਾਰ ਪਾਣੀ ਦਾ ਸਾਗਰ ਨਹੀਂ, ਅੱਗ ਦਾ ਸਾਗਰ ਹੈ। ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਵਿਸਤਾਰ। ਇਹ ਸੰਸਾਰ ਵਿੱਚ ਹਰ ਪਾਸੇ ਅੱਗ ਲੱਗੀ ਹੋਈ ਹੈ। ਕਿਤੇ ਕ੍ਰੋਧ ਦੀ ਅੱਗ ਲੱਗੀ ਹੋਈ ਹੈ, ਕਿਤੇ ਈਰਖਾ ਦੀ ਅੱਗ ਲੱਗੀ ਹੋਈ ਹੈ, ਕਿਤੇ ਵੈਰ ਵਿਰੋਧ ਦੀ ਅੱਗ ਲੱਗੀ ਹੋਈ ਹੈ। ਸਭ ਪਾਸੇ ਅੱਗ ਦੇ ਭਾਂਬੜ ਮਚੇ ਹੋਏ ਨੇ। ਕਿਤੇ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਸਭ ਪਾਸੇ ਅੱਗ ਲੱਗੀ ਹੋਈ ਹੈ। ਕੋਈ ਬਿਰਲਾ ਮਹਾਪੁਰਖ ਹੈ ਜਿਹੜਾ ਇਸ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਬਚਾ ਸਕੇ, ਨਹੀਂ ਤਾਂ ਹਰ ਕੋਈ ਸੜ ਜਾਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਬੜਾ ਕੀਮਤੀ ਬਚਨ ਹੈ। ਮਹਾਰਾਜ ਕਹਿੰਦੇ ਨੇ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤੇ ਵੇ ਕੋਈ ਵਿਰਲਾ ਬਿਰਛ ਬੂਟਾ ਹੁੰਦਾ ਹੈ ਜਿਹੜਾ ਬਚ ਜਾਏ, ਸਭ ਅੱਗ ਦੀ ਲਪੇਟ ਵਿੱਚ ਆ ਜਾਂਦੇ ਨੇ। ਆ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗ ਗਈ ਸੀ। ਤੁਸੀਂ ਦੇਖਿਆ ਹੋਣਾ ਕਿੰਨਾ ਨੁਕਸਾਨ ਹੋਇਆ, ਕਿੰਨੇ ਵਿਚਾਰੇ ਜੀਵ ਜੰਤੂ ਸੜ ਸੜ ਕੇ ਮਰੇ। ਬੜੀਆਂ ਕੋਸ਼ਿਸ਼ਾਂ ਕੀਤੀਆਂ ਸਰਕਾਰ ਨੇ, ਨਹੀਂ ਸੀ ਬੁਝ ਰਹੀ, ਅੱਗ ਤੇ ਕਾਬੂ ਨਹੀਂ ਸੀ ਪੈ ਰਿਹਾ। ਲੇਕਿਨ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੀਂਹ ਪਾਇਆ ਤੇ ਸਾਰੀ ਬੁਝ ਗਈ। ਵੱਡੇ ਵੱਡੇ ਵਿਗਿਆਨੀ, ਵੱਡੇ ਵੱਡੇ ਸਿਆਣੇ ਪੁਰਸ਼ ਥੱਕ ਗਏ, ਹਾਰ ਗਏ। ਅੱਗ ਵਧੀ ਜਾਂਦੀ ਸੀ, ਸ਼ਹਿਰ ਵੱਲ ਨੂੰ ਵਧੀ ਜਾਂਦੀ ਸੀ। ਗਰਮੀ ਬੜੀ ਵੱਧ ਗਈ, ਧੂਏ ਦੇ ਨਾਲ ਉਸ ਦੇਸ਼ ਵਿੱਚ ਰਹਿਣਾ ਹੀ ਔਖਾ ਹੋ ਗਿਆ ਸੀ ਲੋਕਾਂ ਦਾ। ਲੇਕਿਨ ਉਸ ਅਕਾਲ ਪੁਰਖ ਨੇ ਥੋੜੇ ਜਿਹੇ ਸਮੇਂ ਵਿੱਚ ਹੀ ਸਾਰੀ ਬੁਝਾ ਦਿੱਤੀ। ਸੰਸਾਰ ਵਿੱਚ ਵੀ ਅੱਗ ਲੱਗੀ ਹੋਈ ਹੈ, ਈਰਖਾ ਦੀ ਅੱਗ, ਕ੍ਰੋਧ ਦੀ ਅੱਗ, ਵੈਰ ਵਿਰੋਧ ਦੀ ਅੱਗ। ਕਿਸੇ ਨੂੰ ਤੁਸੀਂ ਥੋੜਾ ਜਿਹਾ ਛੇੜ ਕੇ ਦੇਖੋ ਸਹੀ, ਭਾਂਬੜੀ ਮਚਦੇ ਨੇ। ਇਹ ਸੰਸਾਰ
इस नूं महाराज ने अग दा सागर कहा है, महाबिखम अगन का सागर, ਜਾਂ फिर महाराज कहते हैं अगन सागर बूढ़त संसारा, नानक बांह पकड़ सतगुर निस्तारा। इस अग दे सागर विच शांत ने गुरु नानक साहब, गुरु नानक साहब महाराज शांत ने। इस अग दे सागर विच शांत ने गुरु अर्जन देव सच्चे पातशाह। इस अग दे सागर विच शांत है गुरु गोबिंद सिंह साहब सच्चे पातशाह। सतगुरु शांत है। गुरु नूं तपाउण दी बड़ी कोशिश की जाती है। गुरु नानक साहब ते बड़े यतन किए तप जाणगे। सिद्धा ने अपनियां करामातां दिखा लियां, शक्तियां दिखा लियां। गुरु नानक साहब क्रोध विच आ जाणगे, गुस्से विच आ जाणगे, पर नहीं। वली कंधारी ने पत्थर ही रोड़ दिता कि गुरु नानक साहब गुस्से विच आ जाणगे ना। सज्जन ठग मारन दियां विਉਂਤਬੰਦੀਆਂ करदा। कोई भी गुरु नानक पातशाह जी नूं तपा ही नहीं सकिया। गुरु अर्जन देव सच्चे पातशाह जी नूं चंदू तपा नहीं सकिया। महीना तत्ता, रेत तत्ती, तवी तत्ती, चंदू तत्ता, जहांगीर तत्ता, सब कुछ तत्ता ही तत्ता। इन्नी तपश विच शांत ने ते सतगुरु गुरु अर्जन साहब। औरंगजेब ने बड़ी कोशिश की, गुरु गोबिंद सिंह साहब तब जाणगे। आनंदपुर छड़ा दिता, पिता जी शहीद हो गए, चारे फरजंद शहीद हो गए, जान तो प्यारे सिंह शहीद हो गए। गुरु गोबिंद सिंह साहब को गुस्सा आ जाएगा, पर नहीं, कोई क्रोध नहीं आया, कोई गुस्सा नहीं आया। इन्ना कुछ सहार के भी महाराज शांत ने। इसलिए इस अग दे सागर विच जे कोई शांत है वो सतगुरु है, वो गुरु की बाणी है, श्री गुरु ग्रंथ साहब है। तपदा होया मनुख इस बाणी तो ही शीतलता लै सकता है। तपदा होया मनुख इस बाणी तो ही ठंडक लै सकता है। महाराज कहते हैं उस परमात्मा ने इस अग दे सागर तो उन्हां रब्बी बंदियां नूं पार कर दिता है। भाव उन्होंने तपन नहीं दिता, उन्होंने अंदर शीतलता बना के रखी है। इस तरह महाराज कृपा करते हैं। एक टेक नानक बिगसानो, पुनः पुनः बलिहारियो। महाराज कहते हैं भाई ऐसे परमात्मा नूं देख देख के खुश हुंदे हां। ऐसे रब दे बंदे, ऐसे परमात्मा दे प्यारे, उन्हां दा दर्शन कीतियां असीं बहुत खुश हुंदे हां, खिड़दे हां। जिन्हां दे अंदर भाई शीतलता है, जिन्हां दे अंदर नाम दी ठंडक है, जिहड़े अंदरों शीतल ने, उन्हां दा दर्शन मन नूं ठंडक दिंदा है, शीतलता दिंदा है। वार वार महाराज कहंदे ने असीं उन्हां तों बलिहार हां, सदके हां। धन श्री गुरु अर्जन देव सच्चे पातशाह जिन्हां दी रसना तो उचारण किए हुए दो शब्दां की विचार आप जी ने बड़े प्यार दे नाल सरवण की। कथा करदियां व्यंत भुल्लां हो जांदियां ने। सतगुरु जी समर्ति बख्शिश कर, गुरु जी कृपा करनी इसी तरह सानू सबना अपने चरनां दे विच आउण दा बल बख्शिश करते रहना। इसी तरह महाराज के चरणों में जुड़ के सतगुरु जी के दर्शन दीदार करते रहिए, बाणी सरवण करते रहिए। भुल्लां चुकां दी खिमा जी, प्यार विच सरबत माई भाई फतेह बुलाओ। वाहिगुरु जी का खालसा, वाहिगुरु जी की फतेह।